let's move to our next topic, that is graphical representation of motion. graphical representation ਕੀ ਹੈ ਕਿ ਮਤਲਬ ਆਪਾਂ ਕਿਸੇ ਵੀ ਬੋਡੀ ਦੀ ਮੋਸ਼ਨ ਨੂੰ, ਚਾਹੇ ਉਹ ਯੂਨੀਫਾਰਮ ਮੋਸ਼ਨ ਹੈ, ਨੋਨ ਯੂਨੀਫਾਰਮ ਮੋਸ਼ਨ ਹੈ ਜਾਂ ਬੋਡੀ ਰੈਸਟ 'ਤੇ ਹੈ, ਆਪਾਂ ਮੋਸ਼ਨ ਦਿਖਾਉਣ ਦੇ ਲਈ ਗ੍ਰਾਫ ਯੂਜ਼ ਕਰ ਸਕਦੇ ਹਾਂ। ਵੈਸੇ ਆਪਾਂ ਆਲਰੇਡੀ ਯੂਨੀਫਾਰਮ ਮੋਸ਼ਨ ਲਈ ਵੀ ਗ੍ਰਾਫ ਬਣਾ ਲਿਆ ਸੀ, ਨੋਨ ਯੂਨੀਫਾਰਮ ਮੋਸ਼ਨ ਲਈ ਵੀ ਗ੍ਰਾਫ ਬਣਾਇਆ ਸੀ। ਆਪਾਂ ਇਹ ਸੈਪਰੇਟ ਟੌਪਿਕ ਕਰ ਰਹੇ ਹਾਂ। ਇਹਦੇ 'ਚ ਯੂਨੀਫਾਰਮ ਮੋਸ਼ਨ ਵੀ ਆਪਾਂ ਦੁਬਾਰਾ ਕਰਾਂਗੇ ਔਰ ਨੋਨ ਯੂਨੀਫਾਰਮ ਮੋਸ਼ਨ ਵੀ, ਜਸਟ ਐਜ਼ ਅ ਸੈਪਰੇਟ ਟੌਪਿਕ ਔਰ ਕੁਛ ਨਿਊ ਕੰਸੈਪਟ ਦੇ ਨਾਲ। ਗ੍ਰਾਫਿਕਲ ਰਿਪਰਜੈਂਟੇਸ਼ਨ ਆਫ ਮੋਸ਼ਨ। ਗ੍ਰਾਫਿਕਲੀ ਆਪਾਂ ਕਿਵੇਂ ਰਿਪਰਜੈਂਟ ਕਰਨਾ ਹੈ ਮੋਸ਼ਨ ਨੂੰ? ਆਪਾਂ ਕੀ ਕਰਨਾ ਹੈ, ਡਿਸਟੈਂਸ ਟਾਈਮ ਗ੍ਰਾਫ, ਕਿ ਡਿਸਟੈਂਸ ਔਰ ਟਾਈਮ ਦਾ ਗ੍ਰਾਫ ਲੈਣਾ ਆਪਾਂ। ਤਾਂ ਆਪਾਂ ਕੀ ਕਰ ਰਹੇ ਹਾਂ ਐਕਚੁਅਲੀ, ਪਹਿਲਾ ਕੇਸ ਆਪਾਂ ਫਸਟ ਕੇਸ ਕਰਦੇ ਹਾਂ, ਵੈਨ ਦਾ ਆਬਜੈਕਟ ਇਜ਼ ਸਟੇਸ਼ਨਰੀ। ਸਟੇਸ਼ਨਰੀ ਦਾ ਮਤਲਬ ਕੀ ਹੈ, ਜਦੋਂ ਕੋਈ ਆਬਜੈਕਟ ਜਿਹੜੀ ਹੈ ਉਹ ਰੈਸਟ 'ਤੇ ਹੈ, ਮੀਨਸ ਆਬਜੈਕਟ ਜਿਹੜੀ ਹੈ ਉਹ ਟਾਈਮ ਦੇ ਨਾਲ ਆਪਦੀ ਪੋਜੀਸ਼ਨ ਚੇਂਜ ਨਹੀਂ ਕਰ ਰਹੀ, ਰੈਸਟ 'ਤੇ ਹੈ, ਮੂਵ ਨਹੀਂ ਕਰ ਰਹੀ। ਜਿਵੇਂ ਆਪਾਂ ਇਹਦੇ ਲਈ ਗ੍ਰਾਫ ਡਰਾ ਕਰਨਾ ਹੈ ਕਿ ਡਿਸਟੈਂਸ ਟਾਈਮ ਗ੍ਰਾਫ ਫਿਰ ਕਿਸ ਤਰ੍ਹਾਂ ਦਾ ਹੋਊਗਾ। ਮੰਨ ਲਓ ਆਪਣੇ ਕੋਲ ਕੋਈ ਬੋਡੀ ਹੈ, ਸਪੋਜ਼ ਉਹ ਆਪਣੇ ਕੋਲ A ਪੁਆਇੰਟ 'ਤੇ ਹੈ। ਕੋਈ ਬੋਡੀ, ਉਹਦੀ ਸਟਾਰਟਿੰਗ ਪੋਜੀਸ਼ਨ ਜਿਹੜੀ ਹੈ, ਸਪੋਜ਼ ਉਹ ਆਪਣੇ ਕੋਲ A ਪੁਆਇੰਟ 'ਤੇ ਹੈ। ਮੰਨ ਲਓ ਆਪਾਂ ਮਤਲਬ ਕਿਸੇ ਪੁਆਇੰਟ ਤੋਂ ਮੈਜ਼ਰ ਕੀਤਾ ਹੋਇਆ ਹੈ, ਮੰਨ ਲਓ ਆ ਕੋਈ ਵੀ ਆਪਣਾ ਰੈਫਰੈਂਸ ਪੁਆਇੰਟ ਹੈ ਕਿ ਜਿੱਥੋਂ ਆਪਾਂ ਦੇਖ ਰਹੇ ਹਾਂ ਕਿ ਇੱਥੋਂ ਕਿੰਨੀ ਦੂਰ ਹੈ ਉਹ, ਸਪੋਜ਼ ਆਪਣੇ ਕੋਲ 10 ਮੀਟਰ ਦੀ ਡਿਸਟੈਂਸ 'ਤੇ ਹੈ। ਕੋਈ ਬੋਡੀ ਜਿਹੜੀ ਹੈ ਉਹ ਸਟਾਰਟਿੰਗ 'ਤੇ ਹੀ ਮਤਲਬ ਕਿਸੇ ਪੁਆਇੰਟ A 'ਤੇ ਹੈ, ਉਹ ਮਤਲਬ ਕਿਸੇ ਪੁਆਇੰਟ A 'ਤੇ ਰੈਸਟ 'ਤੇ ਹੈ। ਉਸ ਤੋਂ ਬਾਅਦ ਆਪਾਂ ਕੀ ਕੀਤਾ, ਹੁਣ ਸਟਾਰਟਿੰਗ 'ਤੇ 10 ਮੀਟਰ ਦੀ ਡਿਸਟੈਂਸ 'ਤੇ ਹੈ। ਜਦੋਂ ਆਪਾਂ ਮੰਨ ਲਓ 5 ਮਿੰਟ ਬਾਅਦ ਦੇਖਿਆ, ਉਦੋਂ ਵੀ ਇਹੀ ਪੁਆਇੰਟ 'ਤੇ ਹੈ। 10 ਮਿੰਟ ਬਾਅਦ ਨੋਟ ਕੀਤਾ, ਉਦੋਂ ਵੀ ਇਹੀ ਪੁਆਇੰਟ 'ਤੇ ਹੈ। ਫਿਰ 15 ਮਿੰਟਸ ਬਾਅਦ ਦੇਖਿਆ, ਉਦੋਂ ਵੀ ਇਸੇ ਪੁਆਇੰਟ 'ਤੇ ਹੈ। ਮੀਨਸ ਕਿ ਹੁਣ ਇਹ ਬੋਡੀ ਜਿਹੜੀ ਹੈ ਉਹ ਚੇਂਜ ਨਹੀਂ ਕਰ ਰਹੀ ਆਪਦੀ ਪੋਜੀਸ਼ਨ ਵਿਦ ਟਾਈਮ, ਮਤਲਬ ਬਸ A ਪੁਆਇੰਟ 'ਤੇ ਹੀ ਹੈ। ਤਾਂ ਆਪਾਂ ਇਹਦੇ ਲਈ ਗ੍ਰਾਫ ਡਰਾ ਕਰਨਾ ਹੈ। ਤਾਂ ਆਪਾਂ ਕੀ ਕੀਤਾ, ਆਪਾਂ ਕਿਹੜਾ ਗ੍ਰਾਫ ਡਰਾ ਕਰਨਾ ਹੈ, ਡਿਸਟੈਂਸ ਟਾਈਮ ਗ੍ਰਾਫ, ਰਾਈਟ। ਡਿਸਟੈਂਸ ਟਾਈਮ ਗ੍ਰਾਫ ਡਰਾ ਕਰਨ ਦੇ ਲਈ, ਕਿਉਂਕਿ ਆਪਾਂ ਕਿਸੇ ਵੀ ਬੋਡੀ ਦੀ ਜਿਹੜੀ ਮੋਸ਼ਨ ਹੈ ਉਹ ਟਾਈਮ ਦੇ ਨਾਲ ਦੇਖਦੇ ਹਾਂ, ਮੀਨਸ ਮੋਸ਼ਨ ਜਿਹੜੀ ਹੈ ਉਹ ਟਾਈਮ 'ਤੇ ਡਿਪੈਂਡ ਕਰਦੀ ਹੈ ਕਿ ਟਾਈਮ ਦੇ ਨਾਲ ਬੋਡੀ ਦੀ ਪੋਜੀਸ਼ਨ ਚੇਂਜ ਹੋ ਰਹੀ ਹੈ ਜਾਂ ਨਹੀਂ। ਤਾਂ ਜਿਹਦੇ 'ਤੇ ਡਿਪੈਂਡ ਕਰਦੀ ਹੈ ਉਹਨੂੰ ਆਪਾਂ ਐਕਸ ਐਕਸਿਸ 'ਤੇ ਅਲੋਂਗ ਲਵਾਂਗੇ, ਮੀਨਸ ਟਾਈਮ ਨੂੰ ਆਪਾਂ ਐਕਸ ਐਕਸਿਸ 'ਤੇ ਅਲੋਂਗ ਲੈ ਲਿਆ। ਔਰ ਇੰਡੀਪੈਂਡੈਂਟ ਜਿਹੜਾ ਨਹੀਂ ਡਿਪੈਂਡ ਕਰਦਾ, ਇੰਡੀਪੈਂਡੈਂਟ ਵੇਰੀਏਬਲ ਮਤਲਬ ਜਿਹਦੇ 'ਤੇ ਡਿਪੈਂਡ ਕਰ ਰਹੀ ਹੈ ਬੋਡੀ, ਉਹ ਆਪਾਂ ਐਕਸ ਐਕਸਿਸ ਦੇ ਅਲੋਂਗ ਲੈਣੀ ਹੈ। ਜਿਹੜਾ ਡਿਪੈਂਡ ਕਰ ਰਿਹਾ ਮੀਨਸ ਡਿਸਟੈਂਸ ਡਿਪੈਂਡ ਕਰਦੀ ਹੈ ਕਿੰਨੇ ਟਾਈਮ 'ਚ ਕਿੰਨੀ ਕਵਰ ਹੋਈ, ਤਾਂ ਉਹਨੂੰ ਵਾਈ ਐਕਸਿਸ 'ਤੇ ਅਲੋਂਗ। ਮੀਨਸ ਸਿੰਪਲੀ ਇਹ ਹੈ ਕਿ ਐਕਸ ਐਕਸਿਸ ਦੇ ਅਲੋਂਗ ਆਪਾਂ ਟਾਈਮ ਲਵਾਂਗੇ ਔਰ ਵਾਈ ਐਕਸਿਸ 'ਤੇ ਅਲੋਂਗ ਆਪਾਂ ਡਿਸਟੈਂਸ ਲਵਾਂਗੇ। ਤਾਂ ਆਪਾਂ ਮਿੰਟਸ ਦੇ ਵਿੱਚ ਮੈਜ਼ਰ ਕੀਤਾ ਸੀ ਕਿ 5 ਮਿੰਟ ਬਾਅਦ ਦੇਖਿਆ ਪੋਜੀਸ਼ਨ ਬੋਡੀ ਦੀ A ਪੁਆਇੰਟ 'ਤੇ ਹੀ ਹੈ। 10 ਮਿੰਟ ਬਾਅਦ ਦੇਖਿਆ ਫਿਰ A ਪੁਆਇੰਟ 'ਤੇ ਹੈ। ਤਾਂ ਆਪਾਂ ਇੱਥੇ ਇੰਟਰਵਲਸ ਲੈ ਲਏ, ਸਪੋਜ਼ 5, 10, 15, ਦੈਨ 20, 25, 5 ਮਿੰਟਸ ਦਾ ਇੰਟਰਵਲ। ਯੂਨਿਟਸ ਬ੍ਰੈਕਟ ਦੇ ਵਿੱਚ ਰਾਈਟ ਕਰੀ ਦੇ, ਆਈ ਹੈਵ ਆਲਰੇਡੀ ਮੈਂਸ਼ਨਸ ਇਨ ਦਾ ਪ੍ਰੀਵੀਅਸ ਵੀਡੀਓ। ਸੋ ਨਾਓ ਡਿਸਟੈਂਸ ਆਪਣੇ ਕੋਲ ਆਪਾਂ 10 ਦਾ ਹੀ ਇੰਟਰਵਲ ਲੈ ਲਏ, ਸਪੋਜ਼ 10, 20, ਦੈਨ 30, 40, 50, ਰਾਈਟ। ਤਾਂ ਆਪਾਂ ਹੁਣ ਦੇਖਦੇ ਹਾਂ, ਆਪਾਂ ਕਿਹਾ ਕਿ ਜਦੋਂ ਆਪਾਂ ਮੈਜ਼ਰ ਕਰਨਾ ਸਟਾਰਟ ਕੀਤਾ, ਸਟਾਰਟਿੰਗ 'ਤੇ ਜਦੋਂ ਟਾਈਮ t0 ਸੀ, ਬੋਡੀ ਕਿਹੜੀ ਪੋਜੀਸ਼ਨ 'ਤੇ ਖੜੀ ਸੀ, ਸਪੋਜ਼ A ਪੋਜੀਸ਼ਨ 'ਤੇ ਸੀ, ਜਿਹੜਾ ਕਿੰਨੇ ਡਿਸਟੈਂਸ 'ਤੇ ਸੀ, 10 ਮੀਟਰ ਦੀ ਡਿਸਟੈਂਸ 'ਤੇ ਸੀ। ਚਲੋ ਜਿੰਨਾ ਮਰਜ਼ੀ ਲੈ ਲਓ, ਤਾਂ 10 ਮੀਟਰ ਦੀ ਡਿਸਟੈਂਸ 'ਤੇ ਸੀ, ਰਾਈਟ। ਤਾਂ ਆਪਾਂ ਕੀ ਕੀਤਾ, ਥੋੜ੍ਹਾ ਗ੍ਰਾਫ ਇੱਥੇ ਜੇ ਬਣ ਜੇ ਤਾਂ ਆਪਾਂ 30 ਮੀਟਰ ਲੈ ਲੈਂਦੇ ਹਾਂ। ਸਪੋਜ਼ ਆਪਣੇ ਕੋਲ ਬੋਡੀ ਜਿਹੜੀ ਉਹ ਸਟਾਰਟਿੰਗ 'ਤੇ 30 ਮੀਟਰ ਸੀ, ਕੁਛ ਨਹੀਂ, ਜਸਟ ਮੈਂ ਬਾਅਦ 'ਚ ਦੱਸਦੀ ਹਾਂ ਕਿ ਮੈਂ 30 ਕਿਉਂ ਲਿੱਤਾ। ਤਾਂ ਆਪਾਂ ਕੀ ਹੈ, ਇਹਦਾ ਮਤਲਬ ਸਟਾਰਟਿੰਗ 'ਤੇ ਆਪਣੇ ਕੋਲ 30 'ਤੇ ਹੈ। ਜਦੋਂ ਆਪਣੇ ਕੋਲ ਟਾਈਮ t0 ਸੀਗਾ ਟਾਈਮ, ਉਦੋਂ ਆਪਣੇ ਕੋਲ ਸਟਾਰਟਿੰਗ ਪੋਜੀਸ਼ਨ ਉਹਦੀ ਕਿਹੜੀ ਸੀ, A, ਰਾਈਟ, 30 ਮੀਟਰ ਦੀ ਡਿਸਟੈਂਸ 'ਤੇ। ਜਦੋਂ ਆਪਾਂ 5 ਮਿੰਟ ਬਾਅਦ ਨੋਟ ਕੀਤਾ, ਉਦੋਂ ਪੋਜੀਸ਼ਨ ਕਿਹੜੀ ਹੈ, A ਪੋਜੀਸ਼ਨ ਹੀ ਹੈ, ਮੀਨਸ 30 'ਤੇ ਹੀ ਹੈ।
ਤਾਂ 5 ਮੀਟਰ ਦੇ ਕੋਰਸਪੋਂਡਿੰਗ ਆ ਵਾਲਾ ਪੁਆਇੰਟ ਆ ਗਿਆ। ਉਸ ਤੋਂ ਬਾਅਦ 10 ਮਿੰਟ ਤੇ ਫਿਰ ਉਸ ਤੋਂ ਬਾਅਦ ਆਹੀ ਪੁਆਇੰਟ ਤੇ ਹੈ। 15 ਮਿੰਟਸ ਬਾਅਦ ਦੇਖਿਆ ਫਿਰ ਇਸੇ ਪੁਆਇੰਟ ਤੇ ਹੈ। 20 ਮਿੰਟਸ ਬਾਅਦ ਦੇਖਿਆ ਇਸੇ ਪੁਆਇੰਟ ਤੇ ਹੈ। 25 ਮਿੰਟਸ ਬਾਅਦ ਦੇਖਿਆ ਇਸੇ ਪੁਆਇੰਟ ਤੇ ਹੈ। ਮੀਨਸ ਕਿ ਜਦੋਂ ਹੁਣ ਤੁਸੀਂ ਇਹਨਾਂ ਨੂੰ ਮਤਲਬ ਜੁਆਇਨ ਕਰੋਗੇ ਇਹਨਾਂ ਪੁਆਇੰਟਸ ਨੂੰ ਤਾਂ ਆਪਣੇ ਕੋਲ ਕੀ ਹੈ, ਇੱਕ ਸਟ੍ਰੇਟ ਲਾਈਨ ਬਣ ਗਈ। ਸਟ੍ਰੇਟ ਲਾਈਨ ਜਿਹੜੀ ਕਿ ਪੈਰਲਲ ਹੈ ਕਿਹੜੀ, ਐਕਸ ਐਕਸਿਸ ਤੇ। ਤਾਂ ਗ੍ਰਾਫ ਕੀ ਆਊਗਾ, ਇਹਦਾ ਮਤਲਬ ਜਦੋਂ ਕੋਈ ਬਾਡੀ ਹੈ ਜਿਹੜੀ ਉਹ ਸਟੇਸ਼ਨਰੀ ਹੋਊਗੀ ਜਾਂ ਰੈਸਟ ਤੇ ਹੋਊਗੀ ਤਾਂ ਗ੍ਰਾਫ ਕੀ ਆਊਗਾ, ਇੱਕ ਸਟ੍ਰੇਟ ਲਾਈਨ ਜੋ ਕਿ ਪੈਰਲਲ ਆ ਰਹੀ ਹੈ। ਕਾਹਦੀ ਪੈਰਲਲ, ਪੈਰਲਲ ਟੂ ਐਕਸ ਐਕਸਿਸ। ਹੁਣ ਮੈਂ 30 ਕਿਉਂ ਲਿਆ ਸੀ, ਕਿਉਂਕਿ ਅਗਰ ਆਪਾਂ 10 ਲੈਂਦੇ ਨਾ ਤਾਂ ਇੱਥੇ ਜੇ ਗ੍ਰਾਫ ਬਣ ਜਾਣਾ ਸੀ। ਉਹ ਮਤਲਬ ਥੋੜਾ ਸਮਝਣ 'ਚ ਮਤਲਬ ਇੱਥੇ ਜੇ ਬਣ ਜਾਣਾ ਸੀ, ਥੋੜਾ ਅਜੀਬ ਜਿਹਾ ਲੱਗਣਾ ਸੀ। ਇਸ ਲਈ ਜਸਟ ਮੈਂ ਈਜ਼ੀਲੀ ਅੰਡਰਸਟੈਂਡ ਕਰਨ ਲਈ 30 ਤੇ ਲੈ ਲਿਆ। ਉਹ 10 ਵੀ ਲੈ ਸਕਦੇ ਹੋ, ਕੁਛ ਵੀ ਲੈ ਸਕਦੇ ਹੋ, ਜਸਟ ਮੈਂ ਐਗਜ਼ਾਮਪਲ ਦੇ ਰਹੀ ਸੀ। ਓਕੇ, ਨਾਓ ਤਾਂ ਇਹ ਆਪਾਂ ਕੀ ਕੀਤਾ, ਡਿਸਟੈਂਸ ਟਾਈਮ ਗ੍ਰਾਫ ਬਣਾਉਣਾ ਸੀ ਕਿ ਆਪਾਂ ਕਿਸੇ ਬਾਡੀ ਦੀ ਮੋਸ਼ਨ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ ਇੱਕ ਗ੍ਰਾਫ ਦੇ ਨਾਲ। ਪਰ ਕਿਹੜੀ ਮੋਸ਼ਨ ਆਪਾਂ ਰਿਪਰੈਜ਼ੈਂਟ ਕੀਤੀ, ਜਦੋਂ ਬਾਡੀ ਮੂਵ ਹੀ ਨਹੀਂ ਕਰ ਰਹੀ, ਬਾਡੀ ਕੀ ਹੈ, ਰੈਸਟ ਤੇ ਹੈ, ਸਟੇਸ਼ਨਰੀ ਹੈ। ਤਾਂ ਆ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਕੋਈ ਬਾਡੀ ਜਿਹੜੀ ਹੈ ਉਹ ਰੈਸਟ ਤੇ ਹੁੰਦੀ ਹੈ ਜਾਂ ਸਟੇਸ਼ਨਰੀ ਹੁੰਦੀ ਹੈ ਤਾਂ ਉਹਦਾ ਡਿਸਟੈਂਸ ਟਾਈਮ ਗ੍ਰਾਫ ਕੀ ਆਉਂਦਾ, ਪੈਰਲਲ ਟੂ ਐਕਸ ਐਕਸਿਸ। ਜਦੋਂ ਆਪਣੇ ਕੋਲ ਪੇਪਰ 'ਚ ਪੁੱਛਦੇ ਆ ਕਿ ਵਾਟ ਵਿਲ ਬੀ ਦਾ ਡਿਸਟੈਂਸ ਟਾਈਮ ਗ੍ਰਾਫ ਫॉर ਸਟੇਸ਼ਨਰੀ ਆਬਜੈਕਟ, ਜਸਟ ਯੂ ਵਿਲ ਡਰਾ 2 ਲਾਈਨਸ। here you will show time, here you will show distance, and just draw a simple line। मतलब विदाउट मेजरिंग, मतलब इत्थे वैल्यूज़ लिखने की ज़रूरत नहीं है, जस्ट यू विल गिव दिस। और तुसी कहोगे कि ग्राफ विल बी अ स्ट्रेट लाइन पैरेलल टू टाइम एक्सिस और एक्स एक्सिस। ओके, हेयर इज़ एक्स एक्सिस और हेयर इज़ वाई एक्सिस। ਤਾਂ ਤੁਸੀਂ ਸਿੰਪਲੀ ਇਹੀ ਕਰਨਾ ਹੈ। ਇਹ ਤਾਂ ਜਸਟ ਮੈਂ ਸਮਝਾਉਣ ਦੇ ਲਈ ਵੈਲਿਊਜ਼ ਲਿੱਤੀ ਸੀ। ਨਾਓ ਹੁਣ ਆਪਣੇ ਕੋਲ ਸੈਕਿੰਡ ਗ੍ਰਾਫ ਹੈ, ਕੇਸ 2 ਡਿਸਟੈਂਸ ਟਾਈਮ ਗ੍ਰਾਫ ਫॉर ਯੂਨੀਫਾਰਮ ਮੋਸ਼ਨ, ਤੇ ਆਪਾਂ ਉਹਦੀ ਇੰਪੋਰਟੈਂਸ ਦੇਖਾਂਗੇ। ਵੈਸੇ ਯੂਨੀਫਾਰਮ ਮੋਸ਼ਨ ਆਪਾਂ ਆਲਰੇਡੀ ਕਰ ਚੁੱਕੇ ਹਾਂ। ਯੂਨੀਫਾਰਮ ਮੋਸ਼ਨ ਆਪਣੇ ਕੋਲ ਕੀ ਸੀ, ਜਦੋਂ ਕੋਈ ਬੋਡੀ ਇਕੁਅਲ ਟਾਈਮ ਇੰਟਰਵਲ ਦੇ ਵਿੱਚ ਇਕੁਅਲ ਡਿਸਟੈਂਸ ਕਵਰ ਕਰਦੀ ਹੈ। ਤਾਂ ਆ ਆਪਾਂ ਆਲਰੇਡੀ ਕੀਤਾ ਹੋਇਆ ਕਿ ਮੰਨ ਲਓ 1 ਆਰ ਦੇ ਵਿੱਚ ਕਿਸੇ ਬੋਡੀ ਨੇ 20 ਕਿਲੋਮੀਟਰ ਕਵਰ ਕਰ ਲਏ। ਨੈਕਸਟ 1 ਆਰ ਦੇ ਵਿੱਚ ਜਦੋਂ ਆਪਾਂ ਨੋਟ ਕੀਤਾ ਤਾਂ ਟੋਟਲ ਉਹਨੇ A ਤੋਂ ਲੈ ਕੇ C ਤੱਕ 40 ਕਿਲੋਮੀਟਰ ਕਵਰ ਕਰ ਲਿਆ। ਤਾਂ ਨੈਕਸਟ 1 ਆਰ 'ਚ ਦੇਖਿਆ ਫਿਰ ਉਹਨੇ ਟੋਟਲ 60 ਕਿਲੋਮੀਟਰ ਕਵਰ ਕਰ ਲਿਆ। ਨੈਕਸਟ 1 ਆਰ 'ਚ ਦੇਖਿਆ ਟੋਟਲ 80 ਕਿਲੋਮੀਟਰ ਕਵਰ ਕਰ ਲਿਆ। ਇਹਦਾ ਮਤਲਬ ਹੁਣ ਅਗਰ ਦੇਖੀਏ ਤਾਂ ਕਿੰਨੇ ਦਾ ਗੈਪ ਪੈ ਰਿਹਾ ਸੀ, 20 ਦਾ। ਮੀਨਸ ਸਿੰਪਲੀ ਮੈਂ ਨੋਟ ਕੀਤਾ ਕਿ A ਤੋਂ B ਜਸਟ ਦੇਖੀਏ ਤਾਂ 1 ਆਰ 'ਚ 20 ਕਿਲੋਮੀਟਰ, ਫਿਰ B ਤੋਂ C ਦੇਖੀਏ 20 ਕਿਲੋਮੀਟਰ। ਆ ਜੋ 40 ਕਿਲੋਮੀਟਰ ਸੀ ਉਹ ਟੋਟਲ 2 ਆਰਸ ਦੇ ਵਿੱਚ ਉਹਦਾ 40 ਕਿਲੋਮੀਟਰ ਕਵਰ ਹੋ ਗਿਆ ਸੀ। ਤਾਂ ਆਹ ਕੀ ਆ ਆਪਣੇ ਕੋਲ 1 ਆਰ ਦੇ ਵਿੱਚ 20 ਕਿਲੋਮੀਟਰ, ਫਿਰ C ਤੋਂ D 1 ਆਰ 'ਚ 20, ਮਤਲਬ 20 ਦਾ ਗੈਪ ਆ ਰਿਹਾ ਸੀ। ਇਹ ਮੈਂ ਆਲਰੇਡੀ ਸਟੱਡੀਡ ਆਪਾਂ ਕੀਤਾ ਹੋਇਆ ਦੈਟ ਕਿ ਅਗਰ ਕੋਈ ਬਾਡੀ ਇਕੁਅਲ ਇੰਟਰਵਲ ਆਫ ਟਾਈਮ 'ਚ ਇਕੁਅਲ ਡਿਸਟੈਂਸ ਕਵਰ ਕਰਦੀ ਹੈ ਤਾਂ ਉਹ ਹੁੰਦਾ ਯੂਨੀਫਾਰਮ ਮੋਸ਼ਨ। ਤਾਂ ਹੁਣ ਆਪਾਂ ਇਹਦਾ ਗ੍ਰਾਫ ਡਰਾ ਕਰਨਾ ਸੀ। ਤਾਂ 1 ਆਰ ਦਾ ਗੈਪ ਹੋ ਰਿਹਾ, ਤਾਂ ਮੈਂ ਐਕਸ ਐਕਸਿਸ ਦੇ ਇੱਧਰ ਟਾਈਮ ਐਕਸਿਸ, ਟਾਈਮ ਅਲੋਂਗ ਐਕਸ ਐਕਸਿਸ, ਡਿਸਟੈਂਸ ਅਲੋਂਗ ਵਾਈ ਐਕਸਿਸ। ਤਾਂ ਮੈਂ ਇੰਟਰਵਲ 'ਚ टाइम 1 ਦਾ ਗੈਪ ਲੈ ਲਿਆ ਔਰ ਆਪਣੇ ਕੋਲ ਡਿਸਟੈਂਸ ਇਹ ਆਪਣੀ ਮਰਜ਼ੀ ਹੈ, ਯੂ ਕੈਨ ਟੇਕ ਬਾਈ ਯੋਰ ਚੋਇਸ। ਸੋ ਵੈਲਿਊਜ਼ 1 ਆਰ ਦੇ ਵਿੱਚ ਕਿੰਨਾ ਡਿਸਟੈਂਸ ਕਵਰ ਕਰ ਰਹੀ ਹੈ, 20। ਇੱਥੇ ਆ ਗਿਆ ਪੁਆਇੰਟ 2 ਆਰਸ ਦੇ ਵਿੱਚ ਟੋਟਲ 2 ਆਰਸ, ਰਾਈਟ। 1 + 1 2 ਆਰ ਦੇ ਵਿੱਚ ਟੋਟਲ ਕਿੰਨਾ ਕਵਰ ਹੋ ਰਿਹਾ, 40 ਕਿਲੋਮੀਟਰ। ਤਾਂ 2 ਆਰਸ ਦੇ ਵਿੱਚ ਪੁਆਇੰਟ 40 ਕਿਲੋਮੀਟਰ, 3 ਆਰਸ ਦੇ ਵਿੱਚ ਕਿੰਨਾ ਆ ਗਿਆ, 60 ਕਿਲੋਮੀਟਰ। ਉਵੇਂ ਹੀ 4 ਆਰਸ ਦੇ ਵਿੱਚ ਕਿੰਨਾ ਆ ਗਿਆ, 80 ਕਿਲੋਮੀਟਰ, ਰਾਈਟ। ਔਰ 5 ਆਰਸ ਦੇ ਵਿੱਚ ਕਿੰਨਾ ਆ ਗਿਆ, 100 ਕਿਲੋਮੀਟਰ। ਤਾਂ ਜਦੋਂ ਤੁਸੀਂ ਇਹਨੂੰ ਜੁਆਇਨ ਕਰੋਗੇ ਇਟ ਵਿਲ ਬੀ ਆ ਸਟ੍ਰੇਟ ਲਾਈਨ, ਜੋ ਕਿ ਆਪਾਂ ਆਲਰੇਡੀ ਕੀਤਾ ਵੈ। ਕਿਹੜੀ ਸਟ੍ਰੇਟ ਲਾਈਨ ਆਈ, ਦੇਖੋ ਫਰਸਟ ਵਾਲੀ ਜਦੋਂ ਆਪਣੇ ਕੋਲ ਆਬਜੈਕਟ ਸਟੇਸ਼ਨਰੀ ਸੀ ਰੈਸਟ ਤੇ ਤਾਂ ਉਹ ਵੀ ਇੱਕ ਸਟ੍ਰੇਟ ਲਾਈਨ ਹੀ ਆਇਆ, ਬਟ ਸਟ੍ਰੇਟ ਲਾਈਨ ਪੈਰਲਲ ਟੂ ਐਕਸ ਐਕਸਿਸ। ਇੱਥੇ ਆਪਣੇ ਕੋਲ ਕੀ ਹੈ, ਇਟ ਇਜ਼ ਆਲਸੋ ਅ ਸਟ੍ਰੇਟ ਲਾਈਨ ਬਟ ਇਟ मतलब मेकिंग एन एंगल विद द एक्स एक्सिस, कोई ना कोई एंगल बन रहा है विद द एक्स एक्सिस। तो ये ग्राफ आंदा है फॉर यूनीफॉर्म मोशन।
ਹੁਣ ਤੁਹਾਨੂੰ ਇਹ ਚੀਜ਼ ਪਤਾ ਹੈ ਕਿ ਯੂਨੀਫਾਰਮ ਮੋਸ਼ਨ ਦੀ ਆਪਾਂ ਇੱਕ ਅਨਦਰ ਡੈਫੀਨੇਸ਼ਨ ਕੀਤੀ ਸੀ ਕਿ ਯੂਨੀਫਾਰਮ ਮੋਸ਼ਨ ਦੇ ਕੇਸ 'ਚ ਸਪੀਡ ਸੇਮ ਰਹਿੰਦੀ ਹੈ, ਮੀਨਸ ਸਪੀਡ ਸੇਮ ਰਹਿੰਦੀ ਹੈ। ਚਲੋ ਇਹ ਆਪਾਂ ਬਾਅਦ 'ਚ ਦੇਖਦੇ ਹਾਂ। ਆਪਾਂ ਹੁਣ ਕੀ ਕਰਨਾ ਹੈ, ਇੰਪੋਰਟੈਂਸ ਦੇਖਣੀ ਹੈ ਕਿ ਜਿਹੜਾ ਆਪਾਂ ਯੂਨੀਫਾਰਮ ਮੋਸ਼ਨ ਦੇ ਕੇਸ ਦੇ ਵਿੱਚ ਡਿਸਟੈਂਸ ਟਾਈਮ ਗ੍ਰਾਫ ਬਣਾਇਆ ਉਹਦੀ ਇੰਪੋਰਟੈਂਸ ਕੀ ਹੈ, ਆਪਾਂ ਉਹਨੂੰ ਕਿੱਥੇ ਯੂਜ਼ ਕਰ ਸਕਦੇ ਹਾਂ। ਤਾਂ ਆਪਾਂ ਡਿਸਟੈਂਸ ਟਾਈਮ ਗ੍ਰਾਫ ਤੋਂ ਸਪੀਡ ਕੈਲਕੂਲੇਟ ਕਰ ਸਕਦੇ ਹਾਂ। ਇਹ ਸਿਰਫ ਕਿਹੜੀ ਮੋਸ਼ਨ ਦੇ ਕੇਸ 'ਚ ਹੈ, ਯੂਨੀਫਾਰਮ ਮੋਸ਼ਨ 'ਚ, ਕਿਉਂਕਿ ਯੂਨੀਫਾਰਮ ਮੋਸ਼ਨ ਦੇ ਵਿੱਚ ਸਪੀਡ ਹਮੇਸ਼ਾ ਸੇਮ ਰਹਿੰਦੀ ਹੈ, ਇਸ ਲਈ ਯੂਨੀਫਾਰਮ ਮੋਸ਼ਨ ਵਾਲੇ ਗ੍ਰਾਫ ਤੋਂ ਯੂ ਕੈਨ ਕੈਲਕੂਲੇਟ ਦਾ ਸਪੀਡ। ਤਾਂ ਬਾਈ ਯੂਜ਼ਿੰਗ ਡਿਸਟੈਂਸ ਟਾਈਮ ਗ੍ਰਾਫ ਫॉर यूनिफॉर्म मोशन वी कैन कैलकुलेट स्पीड। ਹੁਣ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ, ਮੰਨ ਲਓ ਆਪਣੇ ਕੋਲ ਵੈਸੇ ਤਾਂ ਸਪੀਡ ਦਾ ਫਾਰਮੂਲਾ ਆਪਣੇ ਕੋਲ ਹੁੰਦਾ ਹੈ ਕਿ ਡਿਸਟੈਂਸ ਡਿਵਾਈਡਡ ਬਾਈ ਟਾਈਮ। ਡਿਸਟੈਂਸ ਗਿਵਨ ਹੋਊਗਾ, ਟਾਈਮ ਦੋਨੋਂ ਨੂੰ ਡਿਵਾਈਡ ਕਰ ਦਿਓ, ਸਪੀਡ ਕੈਲਕੂਲੇਟ ਹੋ ਜੂਗੀ। ਬਟ ਅਗਰ ਆਪਾਂ ਨੂੰ ਇਹ ਪੁੱਛਿਆ ਗਿਆ, ਆਪਾਂ ਨੂੰ ਗ੍ਰਾਫ ਦੇਤਾ ਕੋਈ, ਸਪੋਜ਼ ਆਪਾਂ ਨੂੰ ਇਹੀ ਗ੍ਰਾਫ ਗਿਵਨ ਹੈ ਕੁਐਸਚਨ ਦੇ ਵਿੱਚ, ਔਰ ਤੁਹਾਨੂੰ ਕਿਹਾ ਹੈ ਕਿ ਗ੍ਰਾਫ ਤੋਂ ਦੇਖ ਕੇ ਸਪੀਡ ਨਿਕਾਲੋ। ਤਾਂ ਗ੍ਰਾਫ ਤੋਂ ਆਪਾਂ ਸਪੀਡ ਕਿਵੇਂ ਨਿਕਾਲਾਂਗੇ, ਬਾਈ ਯੂਜ਼ਿੰਗ ਦਾ ਸਲੋਪ ਮੈਥਡ। ਹੁਣ ਸਲੋਪ ਮੈਥਡ ਕੀ ਹੈ, ਸਲੋਪ ਮੈਥਡ ਦੇ ਲਈ ਮੰਨ ਲਓ ਆਪਾਂ ਨੂੰ ਇਹ ਕਿਹਾ ਗਿਆ ਕਿ ਇਹ ਗ੍ਰਾਫ ਗਿਵਨ ਹੈ, ਦੈਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ। ਕੀ ਹੈ, ਆਪਾਂ ਨੂੰ ਕੋਈ ਗ੍ਰਾਫ ਗਿਵਨ ਹੈ, ਸਪੋਜ਼ ਆਪਾਂ 2 ਤੋਂ 3 ਇਸ ਟਾਈਮ ਇੰਟਰਵਲ 'ਚ ਦੇਖਣਾ ਹੈ ਕਿ ਬੋਡੀ ਦੀ ਸਪੀਡ ਜਿਹੜੀ ਉਹ ਕਿੰਨੀ ਹੈ। ਤਾਂ ਤੁਸੀਂ ਕੀ ਕਰੋਗੇ ਮੈਥਡ ਦੇ ਵਿੱਚ, ਆਹ ਵਾਲੇ 2 ਪੁਆਇੰਟ ਆਪਾਂ ਮਾਰਕ ਕਰ ਲਏ, ਠੀਕ ਹੈ, ਉਹਦੇ ਕੋਰਸਪੋਂਡਿੰਗ ਆਪਾਂ ਵਰਟੀਕਲ ਲਾਈਨਸ ਡਰਾ ਕਰਤੀਆਂ। ਜਿਹੜੇ ਪੁਆਇੰਟ ਦੇ ਵਿੱਚ ਜਿੰਨਾ ਇੰਟਰਵਲਸ ਤੇ ਮੰਨ ਲਓ ਆਪਾਂ 2 ਤੇ 3 ਦੇ ਵਿੱਚ ਫਾਈਂਡ ਕਰਨਾ ਸੀ, ਤਾਂ ਉਹ ਵਾਲੇ ਪੁਆਇੰਟਸ ਮਾਰਕ ਕਰੋ, ਉਹਦੇ ਕੋਰਸਪੋਂਡਿੰਗ ਵਰਟੀਕਲ ਲਾਈਨਸ ਡਰਾ ਕਰਤੀਆਂ। ਫਿਰ ਉਹਦੇ ਕੋਰਸਪੋਂਡਿੰਗ ਡਿਸਟੈਂਸ ਵਾਲੇ ਜਿਹੜੇ ਪੁਆਇੰਟ ਆ ਰਿਹਾ, ਡਿਸਟੈਂਸ 2 ਦੇ ਕੋਰਸਪੋਂਡਿੰਗ ਕਿਹੜਾ ਆ ਰਿਹਾ 40, ਉਵੇਂ 3 ਦੇ ਕੋਰਸਪੋਂਡਿੰਗ ਕਿਹੜਾ ਆ ਰਿਹਾ 60। ਆਪਾਂ 2 ਤੋਂ 3 'ਚ ਫਾਈਂਡ ਕਰਨਾ ਸੀ, ਤਾਂ 2 ਔਰ 3 ਵਾਲੇ ਟਾਈਮ ਵਾਲੇ ਪੁਆਇੰਟਸ ਮਾਰਕ ਕਰੋ, ਉਹਦੇ ਕੋਰਸਪੋਂਡਿੰਗ ਡਿਸਟੈਂਸ ਵਾਲੇ ਪੁਆਇੰਟ। ਹੁਣ ਸਪੀਡ ਕਿਵੇਂ ਕੈਲਕੂਲੇਟ ਹੁੰਦੀ ਹੈ, ਸਪੀਡ ਇਜ਼ ਇਕੁਅਲ ਟੂ ਸਲੋਪ ਮੈਥਡ ਦਾ ਮਤਲਬ ਹੈ, ਇਹਦਾ ਫਾਰਮੂਲਾ ਹੁੰਦਾ ਹੈ ਕਿ ਚੇਂਜ ਦੇਖਣਾ ਆਪਾਂ, ਚੇਂਜ ਇਨ ਡਿਸਟੈਂਸ, ਕਿਉਂਕਿ ਸਪੀਡ ਦੇ ਵਿੱਚ ਉੱਪਰ ਡਿਸਟੈਂਸ ਹੁੰਦਾ ਹੈ, ਅਲੋਂਗ ਵਾਈ ਐਕਸਿਸ डिवाइडेड बाय चेंज देखना है, चेंज इन डिस्टेंस अलोंग एक्स एक्सिस, चेंज इन डिस्टेंस अलोंग वाई एक्सिस, चेंज इन डिस्टेंस अलोंग एक्स एक्सिस। हुण चेंज किवें देखीदा, मतलब जिहड़े पॉइंट्स मार्क कीते है उन्हां दोनां दे विच चेंज देखना है। मीनस कि 60 आया एक पॉइंट 3 दे कोरसपोंडिंग ते 40, चेंज मतलब फाइनल माइनस इनिशियल, तो ऊपर वाला पहले नीचे वाला बाद। तो तुसी की करोगे 60 माइनस 40 डिवाइडेड बाय टाइम दे विच कितना चेंज आया 3 माइनस 2, तो कितना आ गया 20 डिवाइडेड बाय 1, मीनस कादे च सी किलोमीटर पर आवर, तो 20 किलोमीटर पर आवर स्पीड आ गई। तो ये किवें आया, जस्ट यही स्लोप मैथड है, तुसी ये याद, दिस इज़ द स्लोप, ये स्लोप है ऑफ ग्राफ, स्लोप ऑफ द ग्राफ ਉਹਦੇ ਤੋਂ ਕੈਲਕੂਲੇਟ ਕਰਨੇ ਆ। ਸਲੋਪ ਦਾ ਫਾਰਮੂਲਾ ਕੀ ਹੈ, ਚੇਂਜ ਦੇਖਣਾ ਹੈ ਇਨ ਡਿਸਟੈਂਸ ਅਲੋਂਗ ਵਾਈ ਐਕਸਿਸ, ਚੇਂਜ ਇਨ ਡਿਸਟੈਂਸ ਅਲੋਂਗ ਐਕਸ ਐਕਸਿਸ। ਮੰਨ ਲਓ ਅਗਰ ਆਪਾਂ ਪੁਆਇੰਟ 1 ਤੇ 6 ਦੇ ਵਿੱਚ ਫਾਈਂਡ ਕਰਨਾ ਹੁੰਦਾ, ਤਾਂ ਤੁਸੀਂ 1 ਵਾਲਾ ਪੁਆਇੰਟ ਮਾਰਕ ਕਰਨਾ ਸੀ, 6 ਵਾਲਾ, ਤਾਂ 1 ਦੇ ਕੋਰਸਪੋਂਡਿੰਗ ਜਿਹੜਾ ਉਹ 20 ਆਇਆ ਨਾ ਸੀ, 6 ਦੇ ਕੋਰਸਪੋਂਡਿੰਗ 100, ਤਾਂ ਉੱਥੋਂ ਸਪੀਡ ਕੈਲਕੂਲੇਟ ਕਰ ਲੈਣੀ ਸੀ ਕਿ ਕਿੰਨੀ ਹੈ ਬੋਡੀ ਦੀ ਸਪੀਡ, ਠੀਕ ਹੈ। ਤਾਂ ਉਵੇਂ ਆਪਣੇ ਕੋਲ ਫਾਈਂਡ ਆਊਟ ਹੋ ਜਾਣਾ ਸੀ। ਤਾਂ ਸਲੋਪ ਮੈਥਡ ਸਮਝ ਆ ਗਿਆ, ਇਹ ਸੀ ਆਪਣੇ ਕੋਲ ਯੂਨੀਫਾਰਮ ਮੋਸ਼ਨ ਦਾ। ਹੁਣ ਨੋਨ ਯੂਨੀਫਾਰਮ ਮੋਸ਼ਨ ਦਾ ਵੀ ਆਪਾਂ ਕੀਤਾ ਹੋਇਆ। ਨੋਨ ਯੂਨੀਫਾਰਮ ਮੋਸ਼ਨ ਦੇ ਵਿੱਚ ਐਕਚੁਅਲੀ ਕੀ ਸੀ, ਜਿਵੇਂ 1 ਆਰ ਦੇ ਵਿੱਚ ਬੋਡੀ 10 ਕਿਲੋਮੀਟਰ ਕਵਰ ਕਰ ਰਹੀ ਹੈ, ਨੈਕਸਟ 1 ਆਰ 'ਚ 40 ਕਿਲੋਮੀਟਰ, ਨੈਕਸਟ 1 ਆਰ 'ਚ 60 ਕਿਲੋਮੀਟਰ, ਨੈਕਸਟ 1 ਆਰ 'ਚ 100, ਤਾਂ ਤੁਸੀਂ ਡਿਫਰੈਂਸ ਦੇਖੋਗੇ ਕਿੰਨਾ ਕਿੰਨਾ ਆ ਰਿਹਾ। ਪਹਿਲੇ 10 ਤੋਂ 40 ਦੇ ਵਿੱਚ 30, ਫਿਰ 20 ਦਾ ਡਿਫਰੈਂਸ ਹੈ, ਫਿਰ 60 ਤੋਂ 100 ਦੇ ਵਿੱਚ 40 ਦਾ, ਤਾਂ ਸੇਮ ਡਿਫਰੈਂਸ ਨਹੀਂ ਆ ਰਿਹਾ। ਨੋਨ ਯੂਨੀਫਾਰਮ ਵਾਲਾ ਕੇਸ ਹੋ ਗਿਆ। ਫਿਰ ਯੂਨੀਫਾਰਮ ਵਾਲੇ 'ਚ ਕੀ ਸੀ, 20 ਦਾ ਗੈਪ ਆ ਰਿਹਾ ਸੀ, ਰਾਈਟ, 20 ਤੋਂ 40, 40 ਤੋਂ 60, 60 ਤੋਂ 80। ਪਰ ਨੋਨ ਯੂਨੀਫਾਰਮ ਵਾਲੇ ਕੇਸ ਦੇ ਵਿੱਚ ਕੀ ਹੈ, ਡਿਫਰੈਂਸ ਸੇਮ ਨਹੀਂ ਆ ਰਿਹਾ। ਤਾਂ ਨੋਨ ਯੂਨੀਫਾਰਮ ਹੈ, ਜਸਟ ਇਹਦਾ ਗ੍ਰਾਫ ਡਰਾ ਕਰਨਾ ਹੈ। 1 ਆਰ 'ਚ 10 ਹੈ ਔਰ ਨੈਕਸਟ 1 ਆਰ 'ਚ 40 ਹੈ, ਤਾਂ 1 ਆਰ ਦੇ ਵਿੱਚ ਆਪਣੇ ਕੋਲ ਕਿੰਨਾ 10 ਇੱਥੇ ਕਿਤੇ ਹੋਊਗਾ, 1 ਆਰ ਦੇ ਵਿੱਚ 10, ਨੈਕਸਟ 1 ਆਰ ਦੇ ਵਿੱਚ
ਸੌਰੀ ਟੋਟਲ 2 ਆਰ 'ਚ 40 ਹੋ ਜਾਊਗਾ। ਫਿਰ 3 ਆਰ ਦੇ ਵਿੱਚ ਉੱਥੇ ਕਿੰਨਾ ਦਿੱਤਾ ਸੀ 60 ਔਰ 4 ਆਰਸ ਦੇ ਵਿੱਚ ਕਿੰਨਾ ਦਿੱਤਾ ਹੈ 100। ਤਾਂ ਜਦੋਂ ਤੁਸੀਂ ਗ੍ਰਾਫ ਡਰਾ ਕਰੋਗੇ ਇਹ ਇੱਕ ਸਟ੍ਰੇਟ ਲਾਈਨ ਨਹੀਂ, ਇਹ ਕੀ ਹੈ ਇੱਕ ਕਰਵ ਬਣੂਗਾ। ਜਸਟ ਇਹੀ ਡਿਫਰੈਂਸ ਸੀ, ਇਹਦੀ ਆਪਾਂ ਇੰਪੋਰਟੈਂਸ ਨਹੀਂ ਕਰਨੀ ਕਿ ਇੱਥੋਂ, ਕਿਉਂਕਿ ਗ੍ਰਾਫ ਇੱਕ ਕਰਵ ਬਣਿਆ ਤਾਂ ਆਪਾਂ ਇੱਥੋਂ ਸਪੀਡ ਕੈਲਕੂਲੇਟ ਨਹੀਂ ਕਰ ਸਕਦੇ। ਤਾਂ ਦਿਸ ਵਾਜ਼ ਆਲ ਅਬਾਊਟ ਡਿਸਟੈਂਸ ਟਾਈਮ ਗ੍ਰਾਫ। ਤਾਂ ਡਿਸਟੈਂਸ ਟਾਈਮ ਗ੍ਰਾਫ ਆਪਾਂ 3 ਕੀਤੇ। ਇੱਕ ਜਦੋਂ ਆਪਣੇ ਕੋਲ ਆਬਜੈਕਟ ਜਿਹੜੀ ਹੈ ਉਹ ਰੈਸਟ ਤੇ ਹੈ ਤਾਂ ਉਹਦਾ ਗ੍ਰਾਫ ਕੀ ਬਣਦਾ ਹੈ ਸਟ੍ਰੇਟ ਲਾਈਨ ਪੈਰਲਲ ਟੂ ਐਕਸ ਐਕਸਿਸ। ਫਿਰ ਯੂਨੀਫਾਰਮ ਮੋਸ਼ਨ ਵਾਲਾ ਕੇਸ ਕੀਤਾ, ਉਹਦੇ ਵਿੱਚ ਜੋ ਗ੍ਰਾਫ ਬਣਿਆ ਉਹ ਵੀ ਇੱਕ ਸਟ੍ਰੇਟ ਲਾਈਨ ਹੈ ਪਰ ਮੇਕਿੰਗ ਐਨ ਐਂਗਲ ਵਿਦ ਐਕਸ ਐਕਸਿਸ, ਕੋਈ ਨਾ ਕੋਈ ਐਂਗਲ ਬਣਾ ਰਹੀ ਹੈ ਵਿਦ ਐਕਸ ਐਕਸਿਸ। ਇਹਦਾ ਵੀ ਅਗਰ ਪੇਪਰ 'ਚ ਪੁੱਛਦੇ ਆ ਜਸਟ ਤੁਸੀਂ ਕੀ ਕਰੋਗੇ, ਇੱਧਰ ਟਾਈਮ ਸ਼ੋ ਕਰੋਗੇ, ਇੱਧਰ ਡਿਸਟੈਂਸ ਸ਼ੋ ਕਰੋਗੇ ਕਿ what is the graph for uniform motion, you will just show a line without showing the values। ਉਸ ਤੋਂ ਬਾਅਦ ਇੰਪੋਰਟੈਂਸ ਕੀ ਹੈ ਕਿ ਡਿਸਟੈਂਸ ਟਾਈਮ ਗ੍ਰਾਫ ਫॉर ਯੂਨੀਫਾਰਮ ਮੋਸ਼ਨ, ਉਹਦੇ ਤੋਂ ਸਪੀਡ ਕੈਲਕੂਲੇਟ ਹੋ ਸਕਦੀ ਹੈ ਬਾਈ ਫਾਈਂਡਿੰਗ ਦਾ ਸਲੋਪ ਆਫ ਗ੍ਰਾਫ। ਤੇ ਸਲੋਪ ਕਿਵੇਂ ਫਾਈਂਡ ਕਰਦੀ ਹੈ, ਸਪੀਡ ਦਾ ਆਪਾਂ ਨੂੰ ਫਾਰਮੂਲਾ ਪਤਾ ਹੈ, ਉੱਪਰ ਡਿਸਟੈਂਸ ਹੁੰਦੀ ਹੈ ਨੀਚੇ ਟਾਈਮ, ਸੌਰੀ ਹੇਅਰ ਇਜ਼ ਟਾਈਮ, ਚੇਂਜ ਇਨ ਡਿਸਟੈਂਸ ਅਲੋਂਗ ਵਾਈ ਐਕਸਿਸ ਦੇਖਿਆ, ਚੇਂਜ ਇਨ ਡਿਸਟੈਂਸ ਅਲੋਂਗ ਐਕਸ ਐਕਸਿਸ ਦੇਖਿਆ, ਰਾਈਟ। ਤਾਂ ਚੇਂਜ ਕਿਵੇਂ ਦੇਖੀਦਾ, ਫਾਈਨਲ ਮਾਈਨਸ ਇਨੀਸ਼ੀਅਲ ਦੈਟ ਇਜ਼ 60 ਮਾਈਨਸ 40 ਐਂਡ ਚੇਂਜ ਇਨ ਟਾਈਮ ਦੈਟ ਇਜ਼ 3 ਮਾਈਨਸ 2। ਤਾਂ ਉਸ ਤੋਂ ਕੈਲਕੂਲੇਟ ਹੋ ਗਿਆ। ਓਕੇ, ਅਗਰ ਮੰਨ ਲਓ ਆਪਾਂ 1 ਤੋਂ 5 'ਚ ਦੇਖਣਾ ਹੁੰਦਾ ਤਾਂ 1 ਵਾਲਾ ਪੁਆਇੰਟ ਮਾਰਕ, 5 ਵਾਲਾ। ਮੰਨ ਲਓ ਆਪਾਂ ਟੋਟਲ ਡਿਸਟੈਂਸ ਕੈਲਕੂਲੇਟ ਕਰਨਾ ਹੁੰਦਾ ਤਾਂ ਤੁਸੀਂ 0 ਔਰ 6 ਵਾਲਾ ਪੁਆਇੰਟ ਮਾਰਕ ਕਰ ਲੈਣਾ ਸੀ। ਨॉन यूनिफॉर्म वाला स्ट्रेट लाइन ग्राफ नहीं बनता, एक की है करव बनती है। दैट्स इट।